ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਪੰਜਾਬ ਦੇ ਮੋਗੇ ਸ਼ਹਿਰ ਵਿੱਚ ਧਨੀ ਰਾਮ ਨਾਮ ਦਾ ਇੱਕ ਸੇਠ ਰਹਿੰਦਾ ਸੀ। ਧਨੀ ਰਾਮ ਦੇ ਦੋ ਬੇਟੇ ਸੀ। ਵੱਡਾ ਬੇਟਾ ਰਵੀ, ਜੋ ਬਹੁਤ ਹੀ ਜ਼ਿਆਦਾ ਚਲਾਕ ਸੀ ਤੇ ਬੁਰੇ ਦੋਸਤਾਂ ਦੀ ਸੰਗਤ ਵਿੱਚ ਪਿਆ ਹੋਣ ਕਰਕੇ ਬਹੁਤ ਸਾਰੀਆਂ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਗਿਆ ਸੀ। ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨ ਕਰਨਾ, ਚੋਰੀ ਕਰਨਾ, ਜੂਆ ਖੇਡਣਾ ਉਸ ਦੀਆਂ ਮੁੱਖ ਬੁਰੀਆਂ ਆਦਤਾਂ ਸਨ। ਪਰ ਛੋਟਾ ਬੇਟਾ ਨਵੀ ਬਹੁਤ ਹੀ ਨਰਮ ਦਿਲ ਸੀ ਤੇ ਸਭ ਦੀ ਮਦਦ ਕਰਨ ਵਾਲਾ ਲੜਕਾ ਸੀ। ਸੇਠ ਧਨੀ ਰਾਮ ਦੀ ਪਤਨੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਸੇਠ ਧਨੀ ਰਾਮ ਨੂੰ ਆਪਣੇ ਕੰਮ ਧੰਦੇ ਤੋਂ ਇੰਨੀ ਫੁਰਸਤ ਨਹੀਂ ਸੀ ਕਿ ਉਹ ਆਪਣੇ ਬੱਚਿਆਂ ਉੱਤੇ ਚੰਗੀ ਤਰ੍ਹਾਂ ਧਿਆਨ ਦੇ ਸਕੇ। ਇਸ ਲਈ ਉਸ ਨੂੰ ਆਪਣੇ ਬੱਚਿਆਂ ਦੀਆਂ ਚੰਗਿਆਈਆਂ ਤੇ ਬੁਰਾਈਆਂ ਦੇ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਕਿਉਂਕਿ ਵੱਡਾ ਬੇਟਾ ਰਵੀ ਸੀ ਤਾਂ ਸੇਠ ਵੀ ਉਸ ਨਾਲ ਹੀ ਵੱਧ ਪਿਆਰ ਕਰਦਾ ਸੀ ਤੇ ਉਸ ਉੱਤੇ ਜ਼ਰੂਰਤ ਤੋਂ ਜ਼ਿਆਦਾ ਵਿਸ਼ਵਾਸ ਵੀ ਕਰਦਾ ਸੀ, ਜਿਸ ਦਾ ਅਕਸਰ ਹੀ ਰਵੀ ਨਜਾਇਜ਼ ਫਾਇਦਾ ਉਠਾਇਆ ਕਰਦਾ ਸੀ। ਜਦੋਂ ਵੀ ਉਹ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਉਹ ਬੜੀ ਹੀ ਚਤੁਰਾਈ ਦੇ ਨਾਲ ਇਲਜ਼ਾਮ ਆਪਣੇ ਛੋਟੇ ਭਰਾ ਨਵੀ ਉੱਤੇ ਲਗਾ ਦਿੰਦਾ, ਜਿਸ ਦੇ ਕਾਰਨ ਨਵੀ ਨੂੰ ਬਹੁਤ ਵਾਰ ਨਿਰਦੋਸ਼ ਹੋਣ ਦੇ ਬਾਵਜੂਦ ਵੀ ਆਪਣੇ ਪਿਤਾ ਤੋਂ ਕੁੱਟ ਖਾਣੀ ਪੈਂਦੀ ਸੀ। ਇੱਕ ਵਾਰ ਰਵੀ ਦੇ ਬੁਰੇ ਦੋਸਤਾਂ ਨੇ ਉਸ ਨੂੰ ਕਿਹਾ ਕਿ ਆਪਣੇ ਨਾਲ ਦੇ ਪਿੰਡ ਵਿੱਚ ਇੱਕ ਵਪਾਰੀ ਆਇਆ ਹੋਇਆ ਹੈ, ਜਿਸ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹਨ ਤੇ ਉਸ ਨੂੰ ਜੂਆ ਖੇਡਣ ਦੀ ਭੈੜੀ ਆਦਤ ਹੈ ਤੇ ਉਹ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰੁਕਿਆ ਹੋਇਆ ਹੈ। ਜੇਕਰ ਸਾਡੇ ਕੋਲ 1000 ਸੋਨੇ ਦੀਆਂ ਮੋਹਰਾਂ ਹੋਣ ਤਾਂ ਅਸੀਂ ਸਾਰੇ ਜਾਣੇ ਰਲ ਕੇ ਉਸ ਨੂੰ ਜੂਏ ਵਿੱਚ ਹਰਾ ਸਕਦੇ ਹਾਂ ਤੇ ਫਿਰ ਹਜ਼ਾਰਾਂ ਸੋਨੇ ਦੀਆਂ ਮੋਹਰਾਂ ਦੇ ਨਾਲ ਵਧੀਆ ਵਪਾਰ ਕਰਕੇ ਲੱਖਾਂ ਰੁਪਏ ਕਮਾ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਐਸ਼ੋ ਆਰਾਮ ਦੇ ਨਾਲ ਬਿਤਾ ਸਕਦੇ ਹਾਂ। ਰਵੀ ਦੇ ਬੁਰੇ ਦੋਸਤਾਂ ਨੇ ਉਸ ਨੂੰ ਉਕਸਾ ਦਿੱਤਾ ਕਿ ਕਿਸੇ ਤਰ੍ਹਾਂ ਕਰਕੇ ਉਹ ਆਪਣੇ ਪਿਤਾ ਦੀਆਂ 1000 ਸੋਨੇ ਦੀਆਂ ਮੋਹਰਾਂ ਚੋਰੀ ਕਰਕੇ ਲੈ ਆਵੇ। ਅਸਲ ਵਿੱਚ ਰਵੀ ਦੇ ਦੋਸਤ, ਜਿਸ ਨੂੰ ਵਪਾਰੀ ਦੱਸ ਰਹੇ ਸੀ, ਉਹ ਉਹਨਾਂ ਦਾ ਹੀ ਇੱਕ ਦੋਸਤ ਸੀ ਜੋ ਇੱਕ ਸ਼ਾਤਿਰ ਜੁਆਰੀ ਸੀ ਤੇ ਰਵੀ ਦੇ ਦੋਸਤਾਂ ਨੇ ਉਸ ਸ਼ਾਤਿਰ ਜੁਆਰੀ ਦੇ ਨਾਲ ਮਿਲ ਕੇ ਬੇਈਮਾਨੀ ਦੇ ਨਾਲ 1000 ਸੋਨੇ ਦੀਆਂ ਮੋਹਰਾਂ ਰਵੀ ਤੋਂ ਲੁੱਟਣ ਦਾ ਪਲਾਨ ਬਣਾਇਆ ਸੀ। ਆਪਣੇ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਰਵੀ ਨੇ ਆਪਣੇ ਪਿਤਾ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ 1000 ਸੋਨੇ ਦੀਆਂ ਮੋਹਰਾਂ ਚੋਰੀ ਕਰ ਲਈਆਂ ਤੇ ਜੁਆਰੀਆਂ ਦੇ ਕੋਲ ਲੈ ਗਿਆ ਤੇ ਫਿਰ ਜੁਆਰੀਆਂ ਦੀ ਮਿਲੀ ਭੁਗਤ ਦੇ ਕਾਰਨ ਉਹ ਸਾਰੀਆਂ ਸੋਨੇ ਦੀਆਂ ਮੋਹਰਾਂ ਜੂਏ ਦੇ ਵਿੱਚ ਹਾਰ ਗਿਆ। ਤੇ ਫਿਰ ਜਦੋਂ ਉਸਦੇ ਪਿਤਾ ਨੂੰ ਸੋਨੇ ਦੀਆਂ ਮੋਹਰਾਂ ਦੇ ਬਾਰੇ ਪਤਾ ਲੱਗਾ ਤਾਂ ਰਵੀ ਨੇ ਆਪਣੇ ਪਿਤਾ ਨੂੰ ਬੜੀ ਹੀ ਚਤੁਰਾਈ ਦੇ ਨਾਲ ਇਹ ਯਕੀਨ ਦਿਵਾ ਦਿੱਤਾ ਕਿ ਚੋਰੀ ਨਵੀ ਨੇ ਕੀਤੀ ਹੈ। ਉਸ ਦਿਨ ਨਵੀ ਦੇ ਪਿਤਾ ਨੇ ਉਸ ਦੀ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ। ਨਵੀ ਆਪਣੇ ਪਿਤਾ ਤੋਂ ਮਾਰ ਖਾਂਦਾ, ਰੋਂਦਾ, ਚਿল্ਲਾਉਂਦਾ ਰਿਹਾ ਕਿ ਪਿਤਾ ਜੀ, ਮੈਂ ਚੋਰੀ ਨਹੀਂ ਕੀਤੀ, ਮੈਨੂੰ ਨਹੀਂ ਪਤਾ ਸੋਨੇ ਦੇ ਸਿੱਕੇ ਕਿੱਧਰ ਗਏ, ਮੈਂ ਤਾਂ ਉਹ ਦੇਖੇ ਤੱਕ ਨਹੀਂ। ਪਰ ਧਨੀ ਰਾਮ ਨੇ ਨਵੀ ਦੀ ਇੱਕ ਨਹੀਂ ਸੁਣੀ। ਮਾਰਦੇ ਮਾਰਦੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਦਫਾ ਹੋ ਜਾ ਮੇਰੇ ਘਰੋਂ। ਹੁਣ ਤੂੰ ਆਪਣੀ ਸ਼ਕਲ ਮੈਨੂੰ ਉਦੋਂ ਹੀ ਦਿਖਾਵੀਂ ਜਦੋਂ ਤੇਰੇ ਕੋਲ 1000 ਸੋਨੇ ਦੀਆਂ ਮੋਹਰਾਂ ਹੋਣ। ਹੁਣ ਵਿਚਾਰਾ ਨਵੀ, ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਧਰ ਜਾਵੇ, ਕੀ ਕਰੇ। ਉਸ ਦਾ ਤਾਂ ਕੋਈ ਸਹਾਰਾ ਵੀ ਨਹੀਂ ਸੀ। ਉਹ ਤਾਂ ਮਾਸੂਮ ਸੀ, ਬੱਚਾ ਸੀ, ਉਸ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕਿੱਥੇ ਜਾਵੇ। ਪਰ ਫਿਰ ਵੀ ਬਿਨਾਂ ਸੋਚੇ ਸਮਝੇ ਉਹ ਤੁਰਦਾ ਤੁਰਦਾ ਆਪਣੇ ਘਰ ਤੋਂ ਬਹੁਤ ਦੂਰ ਪਹੁੰਚ ਗਿਆ ਤੇ ਹੁਣ ਸ਼ਾਮ ਢਲ ਚੁੱਕੀ ਸੀ ਤੇ ਹਨੇਰਾ ਹੋ ਗਿਆ ਸੀ। ਹੁਣ ਨਵੀ ਨੂੰ ਡਰ ਲੱਗਣ ਲੱਗਾ ਸੀ, ਪਰ ਕਹਿੰਦੇ ਨੇ ਨਾ, ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਪਰਮਾਤਮਾ ਹੁੰਦਾ ਹੈ। ਹਨੇਰੇ ਤੋਂ ਡਰ ਕੇ ਨਵੀ ਰੋਣ ਲੱਗਾ ਤਾਂ ਉਸਦੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਹਰੀ ਓਮ, ਹਰੀ ਓਮ, ਕੋਈ ਹੈ ਕੀ ਇੱਥੇ? ਆਵਾਜ਼ ਸੁਣ ਕੇ ਨਵੀ ਹੋਰ ਜ਼ਿਆਦਾ ਡਰ ਗਿਆ। ਉਸਨੇ ਆਪਣੇ ਚਾਰੇ ਪਾਸੇ ਨਜ਼ਰ ਘੁਮਾਈ ਤਾਂ ਉਸਨੂੰ ਪਤਾ ਲੱਗਿਆ ਕਿ ਉਹ ਆਪਣੇ ਘਰ ਤੋਂ ਬਹੁਤ ਦੂਰ ਆ ਗਿਆ ਹੈ। ਜਿੱਧਰ ਤੋਂ ਆਇਆ ਸੀ ਉਧਰ ਪਲਟ ਕੇ ਵਾਪਸ ਭੱਜਣ ਲੱਗਾ ਕਿ ਆਵਾਜ਼ ਫਿਰ ਤੋਂ ਆਈ, ਹਰੀ ਓਮ, ਹਰੀ ਓਮ, ਕੋਈ ਨੇੜੇ ਤੇੜੇ ਹੈ? ਜ਼ਰਾ ਮੇਰੀ ਮਦਦ ਕਰ ਦਿਓ। ਦੁਬਾਰਾ ਉਹੀ ਗੱਲ ਸੁਣ ਕੇ, ਉਹੀ ਆਵਾਜ਼ ਸੁਣ ਕੇ ਨਵੀ ਨੂੰ ਓਨਾ ਡਰ ਨਹੀਂ ਲੱਗਿਆ ਜਿੰਨਾ ਪਹਿਲੀ ਵਾਰ ਲੱਗਿਆ ਸੀ ਤੇ ਉਹ ਆਵਾਜ਼ ਦੀ ਦਿਸ਼ਾ ਵਿੱਚ ਅੱਗੇ ਵਧਿਆ ਤਾਂ ਆਵਾਜ਼ ਫਿਰ ਤੋਂ ਆਈ ਕਿ ਮੈਂ ਇੱਥੇ ਖੂਹ ਵਿੱਚ ਹਾਂ, ਕੋਈ ਮੈਨੂੰ ਖੂਹ ਦੇ ਵਿੱਚੋਂ ਬਾਹਰ ਕੱਢੋ। ਇਸ ਵਾਰੀ ਆਵਾਜ਼ ਸੁਣ ਕੇ ਨਵੀ ਉਸ ਖੂਹ ਦੇ ਕੋਲ ਪਹੁੰਚ ਗਿਆ ਤੇ ਉਹ ਇੱਕ ਸੁੱਕਿਆ ਹੋਇਆ ਖੂਹ ਸੀ ਜਿਸ ਵਿੱਚ ਕੋਈ ਇਨਸਾਨ ਡਿੱਗਿਆ ਹੋਇਆ ਸੀ ਤੇ ਉਛਲ ਉਛਲ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸ ਦਾ ਹੱਥ ਖੂਹ ਦੀ ਕਿਨਾਰੀ ਤੱਕ ਨਹੀਂ ਪਹੁੰਚ ਰਿਹਾ ਸੀ। ਨਵੀ ਨੇ ਖੂਹ ਦੇ ਵਿੱਚ ਦੇਖਿਆ ਤਾਂ ਉਸ ਨੂੰ ਖੂਹ ਦੇ ਵਿੱਚ ਕਿਸੇ ਇਨਸਾਨ ਦਾ ਚਿਹਰਾ ਧੁੰਦਲਾ ਜਿਹਾ ਨਜ਼ਰ ਆਇਆ। ਖੂਹ ਰਸਤੇ ਦੇ ਵਿੱਚ ਹੀ ਸੀ ਤੇ ਉਸ ਦੀ ਕੋਈ ਵੀ ਕਿਨਾਰੀ ਨਹੀਂ ਸੀ, ਜਿਸ ਦੇ ਕਾਰਨ ਕੋਈ ਵੀ ਇਨਸਾਨ ਬੜੀ ਹੀ ਆਸਾਨੀ ਦੇ ਨਾਲ ਖੂਹ ਵਿੱਚ ਡਿੱਗ ਸਕਦਾ ਸੀ। ਕੌਣ ਹੈ ਅੰਦਰ? ਨਵੀ ਨੇ ਖੂਹ ਵਿੱਚ ਦੇਖਦੇ ਹੋਏ ਪੁੱਛਿਆ। ਮੈਂ ਹਾਂ ਬੇਟਾ। ਤੁਸੀਂ ਅੰਦਰ ਕੀ ਕਰ ਰਹੇ ਹੋ? ਨਵੀ ਨੇ ਬੜੀ ਹੀ ਮਾਸੂਮੀਅਤ ਦੇ ਨਾਲ ਪੁੱਛਿਆ। ਮੈਂ ਅੰਦਰ ਡਿੱਗ ਪਿਆ ਹਾਂ ਬੇਟਾ, ਮੈਨੂੰ ਬਾਹਰ ਕੱਢ। ਤਾਂ ਨਵੀ ਨੇ ਕਿਹਾ ਕਿ ਮੈਂ ਤੁਹਾਨੂੰ ਬਾਹਰ ਕਿਸ ਤਰ੍ਹਾਂ ਕੱਢ ਸਕਦਾ ਹਾਂ, ਮੈਂ ਤਾਂ ਇੱਕ ਛੋਟਾ ਜਿਹਾ ਲੜਕਾ ਹਾਂ, ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਤਾਂ ਆਦਮੀ ਨੇ ਕਿਹਾ ਕਿ ਤੂੰ ਆਸੇ-ਪਾਸੇ ਤੋਂ ਇੱਥੋਂ ਕੋਈ ਰੱਸੀ ਜਾਂ ਮਜ਼ਬੂਤ ਵੇਲ ਲੱਭ ਤੇ ਉਸ ਦਾ ਇੱਕ ਸਿਰਾ ਦਰਖਤ ਦੇ ਨਾਲ ਬੰਨ੍ਹ ਕੇ ਇੱਕ ਸਿਰਾ ਖੂਹ ਦੇ ਵਿੱਚ ਲਮਕਾ ਦੇ, ਮੈਂ ਉਸ ਵੇਲ ਨੂੰ ਫੜ ਕੇ ਬਾਹਰ ਆ ਜਾਵਾਂਗਾ। ਨਵੀ ਨੇ ਕਿਹਾ ਠੀਕ ਹੈ, ਮੈਂ ਲੱਭਦਾ ਹਾਂ। ਉਹ ਆਸੇ-ਪਾਸੇ ਰੱਸੀ ਜਾਂ ਕੋਈ ਵੇਲ ਲੱਭਣ ਲੱਗਾ ਪਰ ਉਸ ਨੂੰ ਕੁਝ ਵੀ ਨਹੀਂ ਮਿਲਿਆ।
ਤਾਂ ਉਸਨੇ ਖੂਹ ਦੇ ਕੋਲ ਆ ਕੇ ਕਿਹਾ ਕਿ ਇੱਥੇ ਕੋਈ ਵੀ ਰੱਸੀ ਜਾਂ ਵੇਲ ਨਹੀਂ ਹੈ। ਤਾਂ ਆਦਮੀ ਨੇ ਕਿਹਾ ਕਿ ਬੇਟਾ, ਇਹ ਇੱਕ ਸੁੱਕਾ ਖੂਹ ਹੈ, ਜ਼ਿਆਦਾ ਗਹਿਰਾ ਨਹੀਂ ਹੈ। ਤੂੰ ਇਸ ਤਰ੍ਹਾਂ ਕਰ, ਇੱਥੋਂ ਕੁਝ ਵੱਡੇ ਵੱਡੇ ਪੱਥਰ ਚੁੱਕ ਕੇ ਖੂਹ ਦੇ ਇੱਕ ਪਾਸੇ ਸੁੱਟ ਦੇ। ਮੈਂ ਉਹਨਾਂ ਪੱਥਰਾਂ ਨੂੰ ਇੱਕ ਦੇ ਉੱਤੇ ਇੱਕ ਰੱਖ ਕੇ ਉੱਪਰ ਚਾੜਾਵਾਂਗਾ। ਤਾਂ ਨਵੀ ਕਹਿੰਦਾ ਹੈ ਕਿ ਠੀਕ ਹੈ, ਮੈਂ ਸਮਤਲ ਪੱਥਰ ਲੱਭ ਕੇ ਖੂਹ ਦੇ ਵਿੱਚ ਸੁੱਟਦਾ ਹਾਂ। ਤੇ ਫਿਰ ਨਵੀ ਖੂਹ ਦੇ ਵਿੱਚ ਪੱਥਰ ਸੁੱਟਣ ਲੱਗ ਜਾਂਦਾ ਹੈ। ਤੇ ਫਿਰ ਖੂਹ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਆਦਮੀ ਕਹਿੰਦਾ ਹੈ, ਬਸ ਹੁਣ ਹੋਰ ਪੱਥਰ ਨਾ ਸੁੱਟੀ। ਮੈਂ ਇਹਨਾਂ ਪੱਥਰਾਂ ਦੇ ਉੱਪਰ ਚੜ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹਾਂ। ਤੇ ਉਹ ਆਦਮੀ ਪੱਥਰਾਂ ਨੂੰ ਇੱਕ ਦੇ ਉੱਪਰ ਇੱਕ ਰੱਖਦਾ ਹੈ ਤੇ ਉਹਨਾਂ ਦੀ ਪੌੜੀ ਜੀ ਬਣਾ ਕੇ ਖੂਹ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਤੇ ਜਦੋਂ ਉਹ ਬਾਹਰ ਆਇਆ ਤਾਂ ਉਸ ਆਦਮੀ ਦੇ ਕੋਲ ਇੱਕ ਪੋਟਲੀ ਸੀ, ਜਿਸ ਵਿੱਚ ਉਸ ਨੂੰ ਦਕਸ਼ਨਾ ਮਿਲੀ ਸੀ। ਬਹੁਤ ਸਾਰਾ ਸਮਾਨ ਮਿਲਿਆ ਸੀ। ਨਵੀ ਨੇ ਭੋਲੇਪਨ ਦੇ ਨਾਲ ਉਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਇਸ ਖੂਹ ਦੇ ਵਿੱਚ ਤੁਸੀਂ ਛਾਲ ਕਿਉਂ ਮਾਰੀ ਸੀ? ਤਾਂ ਉਸ ਆਦਮੀ ਨੇ ਨਵੀ ਨੂੰ ਕਿਹਾ ਕਿ ਬੇਟਾ, ਮੈਂ ਇਸ ਦੇ ਵਿੱਚ ਛਾਲ ਨਹੀਂ ਮਾਰੀ ਸੀ। ਮੈਨੂੰ ਰਾਤ ਨੂੰ ਘੱਟ ਦਿਖਾਈ ਦਿੰਦਾ ਹੈ। ਮੈਂ ਇੱਥੇ ਨਾਲ ਦੇ ਪਿੰਡ ਵਿੱਚ ਹਵਨ ਕਰਨ ਦੇ ਲਈ ਗਿਆ ਸੀ। ਮੈਨੂੰ ਵਾਪਸ ਆਉਂਦੇ ਸਮੇਂ ਹਨੇਰਾ ਹੋ ਗਿਆ ਤੇ ਘੱਟ ਦਿਖਾਈ ਦੇਣ ਦੇ ਕਾਰਨ ਮੈਨੂੰ ਇਹ ਖੂਹ ਦਿਖਾਈ ਨਹੀਂ ਦਿੱਤਾ ਤੇ ਮੈਂ ਇਸ ਦੇ ਵਿੱਚ ਡਿੱਗ ਪਿਆ। ਮੇਰਾ ਨਾਮ ਗੰਗਾ ਰਾਮ ਹੈ। ਮੈਂ ਇੱਥੇ ਨਾਲ ਦੇ ਪਿੰਡ ਵਿੱਚ ਹੀ ਰਹਿਣਾ ਹਾਂ। ਪਰ ਬੇਟਾ, ਤੂੰ ਤਾਂ ਬਹੁਤ ਛੋਟਾ ਹੈ, ਤੈਨੂੰ ਤਾਂ ਇਸ ਸਮੇਂ ਆਪਣੇ ਘਰ ਹੋਣਾ ਚਾਹੀਦਾ ਹੈ। ਤੂੰ ਇੱਥੇ ਕੀ ਕਰ ਰਿਹਾ ਹੈ? ਨਵੀ ਨੂੰ ਰੋਣਾ ਆ ਗਿਆ ਤੇ ਰੋਂਦੇ ਰੋਂਦੇ ਉਸਨੇ ਆਪਣੀ ਸਾਰੀ ਕਹਾਣੀ ਉਸ ਆਦਮੀ ਨੂੰ ਸੁਣਾਈ ਕਿ ਕਿਵੇਂ ਉਸਦੇ ਪਿਤਾ ਨੇ ਕੁੱਟ-ਕੁੱਟ ਕੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਨਵੀ ਦੀ ਕਹਾਣੀ ਸੁਣ ਕੇ ਪੰਡਤ ਨੇ ਕਿਹਾ ਕਿ ਤੂੰ ਮੇਰੇ ਨਾਲ ਮੇਰੇ ਘਰ ਚੱਲੇਂਗਾ? ਨਵੀ ਨੇ ਕਿਹਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ। ਜਦੋਂ ਦਾ ਮੇਰੇ ਪਿਤਾ ਨੇ ਮੈਨੂੰ ਘਰੋਂ ਕੱਢਿਆ ਹੈ, ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਨਹੀਂ ਖਾਧਾ। ਤੁਸੀਂ ਮੈਨੂੰ ਕੁਝ ਖਾਣ ਦੇ ਲਈ ਦੇਵੋਗੇ? ਤਾਂ ਪੰਡਤ ਨੇ ਕਿਹਾ, ਹਾਂ ਹਾਂ, ਕਿਉਂ ਨਹੀਂ। ਤਾਂ ਨਵੀ ਉਸ ਦੇ ਨਾਲ ਚੱਲਣ ਦੇ ਲਈ ਤਿਆਰ ਹੋ ਜਾਂਦਾ ਹੈ। ਤੇ ਜਦੋਂ ਉਹ ਜਾਣ ਲੱਗਦੇ ਹਨ ਤਾਂ ਨਵੀ ਉਸ ਨੂੰ ਕਹਿੰਦਾ ਹੈ ਕਿ ਥੋੜਾ ਰੁਕੋ, ਕੋਈ ਹੋਰ ਇਸ ਖੂਹ ਦੇ ਵਿੱਚ ਡਿੱਗ ਨਾ ਪਵੇ, ਇਸ ਲਈ ਮੈਂ ਇਸ ਦੇ ਚਾਰੇ ਪਾਸੇ ਪਹਿਲਾਂ ਪੱਥਰਾਂ ਦਾ ਇੱਕ ਘੇਰਾ ਬਣਾ ਦਿੰਦਾ ਹਾਂ। ਤਾਂ ਪੰਡਤ ਕਹਿੰਦਾ ਹੈ ਕਿ ਤੂੰ ਇਹ ਬਹੁਤ ਚੰਗੀ ਗੱਲ ਕਹੀ ਹੈ, ਚਲੋ ਰਲ ਕੇ ਆਪਾਂ ਦੋਵੇਂ ਜਾਣੇ ਇਸ ਦੇ ਚਾਰੇ ਪਾਸੇ ਘੇਰਾ ਬਣਾ ਦਿੰਦੇ ਹਾਂ। ਤਾਂ ਉਹ ਖੂਹ ਦੇ ਚਾਰੇ ਪਾਸੇ ਘੇਰਾ ਬਣਾਉਣ ਤੋਂ ਬਾਅਦ ਘਰ ਨੂੰ ਚੱਲ ਪੈਂਦੇ ਹਨ ਤੇ ਜਲਦੀ ਨਾਲ ਘਰ ਪਹੁੰਚ ਜਾਂਦੇ ਹਨ। ਪੰਡਤ ਗੰਗਾ ਰਾਮ ਜਦੋਂ ਆਪਣੇ ਘਰ ਪਹੁੰਚਦਾ ਹੈ ਤਾਂ ਦੇਖਦਾ ਹੈ ਕਿ ਉਸ ਦੀ ਪਤਨੀ ਬਹੁਤ ਪਰੇਸ਼ਾਨ ਹੈ। ਪਤੀ ਦੇ ਨਾਲ ਲੜਕੇ ਨੂੰ ਦੇਖ ਕੇ ਉਸਨੇ ਪੁੱਛਿਆ ਕਿ ਲੜਕਾ ਕੌਣ ਹੈ? ਤਾਂ ਪੰਡਤ ਨੇ ਕਿਹਾ ਕਿ ਇਸ ਨੂੰ ਆਪਣਾ ਹੀ ਬੇਟਾ ਸਮਝ। ਆਪਣੇ ਵਿਆਹ ਨੂੰ 12 ਸਾਲ ਹੋ ਗਏ ਹਨ, ਪਰ ਆਪਣੇ ਘਰ ਕੋਈ ਵੀ ਔਲਾਦ ਨਹੀਂ ਤੇ ਉਸ ਪਰਮਾਤਮਾ ਨੇ ਸਾਡਾ ਦੁੱਖ ਦੇਖ ਕੇ ਹੀ ਇਹ ਬੇਟਾ ਸਾਨੂੰ ਦਿੱਤਾ ਹੈ। ਗੰਗਾ ਰਾਮ ਦੀ ਪਤਨੀ ਸ਼ੀਲਾ ਇਹ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਨਵੀ ਨੂੰ ਆਪਣੇ ਕਲੇਜੇ ਨਾਲ ਲਗਾ ਲੈਂਦੀ ਹੈ ਤੇ ਉਸ ਨੂੰ ਖੂਬ ਪਿਆਰ ਕਰਦੀ ਹੈ। ਆਪਣੇ ਹੱਥਾਂ ਦੇ ਨਾਲ ਨਵੀ ਨੂੰ ਖਾਣਾ ਖਵਾਉਂਦੀ ਹੈ ਤੇ ਫਿਰ ਨਵੀ ਗੰਗਾ ਰਾਮ ਤੇ ਸ਼ੀਲਾ ਦਾ ਬੇਟਾ ਬਣ ਕੇ ਉਹਨਾਂ ਦੇ ਘਰ ਵਿੱਚ ਹੀ ਰਹਿਣ ਲੱਗ ਜਾਂਦਾ ਹੈ। ਉਹ ਦੋਹਾਂ ਦੀ ਉਸੇ ਤਰ੍ਹਾਂ ਹੀ ਸੇਵਾ ਕਰਦਾ ਹੈ ਜਿਵੇਂ ਕੋਈ ਸਕਾ ਬੇਟਾ ਆਪਣੇ ਮਾਪਿਓ ਦੀ ਸੇਵਾ ਕਰਦਾ ਹੈ। ਗੰਗਾ ਰਾਮ ਨਾ ਕੇਵਲ ਇੱਕ ਵਿਦਵਾਨ ਪੰਡਤ ਸੀ, ਬਲਕਿ ਉਸ ਦੀ ਟੱਕਰ ਦਾ ਕੋਈ ਆਸੇ-ਪਾਸੇ ਵੈਦ ਵੀ ਨਹੀਂ ਸੀ। ਉਹ ਮੁਸ਼ਕਲ ਤੋਂ ਮੁਸ਼ਕਲ ਬਿਮਾਰੀਆਂ ਦਾ ਇਲਾਜ ਕਰ ਦੇਣ ਵਾਲੀਆਂ ਔਸ਼ਧੀਆਂ ਦਾ ਬਹੁਤ ਵੱਡਾ ਗਿਆਨੀ ਸੀ ਤੇ ਉਹ ਨਵੀ ਨੂੰ ਹਰ ਰੋਜ਼ ਸਿੱਖਿਆ ਦੇਣ ਲੱਗਾ। ਤੇ ਕਈ ਸਾਲ ਬੀਤ ਜਾਣ ਤੋਂ ਬਾਅਦ ਜਦੋਂ ਪੰਡਤ ਨੂੰ ਇੱਕ ਦਿਨ ਮਹਿਸੂਸ ਹੋਇਆ ਕਿ ਨਵੀ ਹੁਣ ਉਸ ਦੇ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ, ਤਾਂ ਉਸਨੇ ਇੱਕ ਦਿਨ ਨਵੀ ਨੂੰ ਕਿਹਾ ਕਿ ਬੇਟਾ, ਹੁਣ ਤੂੰ ਜਵਾਨ ਹੋ ਗਿਆ ਹੈ, ਵਿਆਹ ਦੇ ਯੋਗ ਹੋ ਗਿਆ ਹੈ ਤੇ ਮੈਂ ਚਾਹੁੰਦਾ ਹਾਂ ਤੂੰ ਆਪਣੇ ਵਾਸਤੇ ਲੜਕੀ ਖੁਦ ਲੱਭੇ। ਆਪਣੇ ਪਿੰਡ ਵਿੱਚ ਤੇਰੇ ਯੋਗ ਕੋਈ ਵੀ ਲੜਕੀ ਨਹੀਂ ਹੈ। ਸਭ ਅਨਪੜ੍ਹ ਹਨ ਤੇ ਸਧਾਰਨ ਰੰਗ ਰੂਪ ਦੀਆਂ ਹਨ, ਜਦ ਕਿ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਹਨ ਕਿ ਤੇਰਾ ਵਿਆਹ ਕਿਸੇ ਸੁੰਦਰ ਰਾਜਕੁਮਾਰੀ ਦੇ ਨਾਲ ਹੋਵੇਗਾ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਹਿਮਾਲਿਆ ਵਿੱਚ ਜਾਵੇਂ ਤੇ ਪਹਾੜਾਂ ਤੋਂ ਪੀਲੇ ਰੰਗ ਦਾ ਗੇਂਦੇ ਦਾ ਫੁੱਲ ਲੈ ਕੇ ਆਵੇਂ। ਉਹ ਫੁੱਲ ਆਪਣੇ ਦਰਖਤ ਉੱਤੇ 12 ਸਾਲ ਬਾਅਦ ਉੱਗਦਾ ਹੈ ਤੇ ਇੱਕ ਦਰਖਤ ਉੱਤੇ ਇੱਕ ਹੀ ਫੁੱਲ ਉੱਗਦਾ ਹੈ। ਤੂੰ ਦਰਖਤ ਤੋਂ ਉਹ ਫੁੱਲ ਤੋੜ ਕੇ ਲੈ ਆਵੀਂ। ਉਹ ਬਹੁਤ ਹੀ ਜ਼ਿਆਦਾ ਕਰਾਮਾਤੀ ਫੁੱਲ ਹੈ। ਉਸ ਦੀ ਖੁਸ਼ਬੂ ਸੁੰਘਣ ਦੇ ਨਾਲ ਵੱਡੀ ਤੋਂ ਵੱਡੀ ਬਿਮਾਰੀ ਦੂਰ ਹੋ ਜਾਂਦੀ ਹੈ। ਉਸ ਫੁੱਲ ਨੂੰ ਤੂੰ ਸੰਭਾਲ ਕੇ ਰੱਖੀ। ਉਹ ਫੁੱਲ ਜੇ ਤੂੰ ਹਮੇਸ਼ਾ ਗਿੱਲੇ ਕੱਪੜੇ ਵਿੱਚ ਰੱਖੇਂਗਾ ਤਾਂ ਉਹ ਕਦੇ ਵੀ ਮੁਰਝਾਵੇਗਾ ਨਹੀਂ। ਕਈ ਸਾਲਾਂ ਤੱਕ ਤੂੰ ਉਸ ਫੁੱਲ ਦੇ ਨਾਲ ਬਿਮਾਰੀਆਂ ਦਾ ਇਲਾਜ ਕਰ ਸਕਦਾ ਹੈ। ਪਰ ਧਿਆਨ ਰੱਖੀ, ਪਹਾੜਾਂ ਤੇ ਚੜ੍ਹਦੇ ਉਤਰਦੇ ਸਮੇਂ ਕਿਤੇ ਉਸ ਫੁੱਲ ਨੂੰ ਸੁੱਟ ਨਾ ਦੇਵੀਂ। 12 ਸਾਲ ਪਹਿਲਾਂ ਮੈਂ ਵੀ ਉਹ ਫੁੱਲ ਹਾਸਲ ਕੀਤਾ ਸੀ, ਪਰ ਕੁਝ ਸਮੇਂ ਦੇ ਲਈ ਮੈਂ ਉਸ ਫੁੱਲ ਨੂੰ ਇੱਕ ਚਟਾਨ ਉੱਤੇ ਰੱਖ ਦਿੱਤਾ ਤੇ ਉਦੋਂ ਹੀ ਇੱਕ ਬਹੁਤ ਤੇਜ਼ ਹਵਾ ਦਾ ਝੋਕਾ ਆਇਆ ਤੇ ਉਸ ਫੁੱਲ ਨੂੰ ਉਡਾ ਕੇ ਲੈ ਗਿਆ ਤੇ ਫਿਰ ਉਸ ਦੇ ਬਾਅਦ ਕਦੇ ਵੀ ਉਹ ਫੁੱਲ ਮੈਨੂੰ ਨਹੀਂ ਮਿਲਿਆ। ਨਵੀ ਨੇ ਆਪਣੇ ਮਾਤਾ-ਪਿਤਾ ਤੋਂ ਵਿਦਾ ਲਈ ਤੇ ਹਿਮਾਲਿਆ ਨੂੰ ਚੱਲ ਪਿਆ। ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਉਹ ਪਹਾੜੀ ਇਲਾਕੇ ਵਿੱਚ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਗੰਗਾ ਰਾਮ ਨੇ ਉਸ ਫੁੱਲ ਦੇ ਉੱਗਣ ਦੇ ਬਾਰੇ ਉਸ ਨੂੰ ਦੱਸਿਆ ਸੀ। ਤੇ ਫਿਰ ਨਵੀ ਜਲਦੀ ਹੀ ਉਸ ਚਮਤਕਾਰੀ ਫੁੱਲ ਦੇ ਦਰਖਤ ਦੇ ਕੋਲ ਪਹੁੰਚ ਗਿਆ। ਪਰ ਜਿਵੇਂ ਹੀ ਉਹ ਉਸ ਫੁੱਲ ਦੇ ਕੋਲ ਜਾਣ ਲੱਗਾ ਤਾਂ ਉਸਨੇ ਦੇਖਿਆ ਕਿ ਇੱਕ ਲੜਕੀ ਉਸ ਫੁੱਲ ਨੂੰ ਤੋੜ ਰਹੀ ਹੈ। ਨਵੀ ਨੇ ਕਿਹਾ, ਰੁਕੋ। ਉਹ ਦੂਰ ਤੋਂ ਹੀ ਚਿल्ला ਕੇ ਬੋਲਿਆ, ਪਰ ਉਹ ਲੜਕੀ ਨਵੀ ਨੂੰ ਦੇਖ ਕੇ ਉਸ ਫੁੱਲ ਨੂੰ ਤੋੜ ਕੇ ਉੱਥੋਂ ਭੱਜ ਗਈ। ਤੇ ਨਵੀ ਤਾਂ ਉਸੇ ਫੁੱਲ ਦੇ ਲਈ ਹੀ ਪਹਾੜਾਂ ਵਿੱਚ ਗਿਆ ਸੀ, ਤਾਂ ਉਹ ਉਸ ਫੁੱਲ ਨੂੰ ਕਿਵੇਂ ਲਿਜਾਣ ਦੇ ਸਕਦਾ ਸੀ।
ਤਾਂ ਉਹ ਉਸ ਲੜਕੀ ਦੇ ਪਿੱਛੇ ਭੱਜਿਆ। ਲੜਕੀ ਉੱਥੇ ਬਣੀ ਇੱਕ ਗੁਫਾ ਦੇ ਅੰਦਰ ਵੜ ਗਈ। ਲੜਕੀ ਗੁਫਾ ਦਾ ਦਰਵਾਜ਼ਾ ਬੰਦ ਹੀ ਕਰ ਰਹੀ ਸੀ ਕਿ ਨਵੀ ਨੇ ਕੋਲ ਪਹੁੰਚ ਕੇ ਉਸ ਨੂੰ ਦਰਵਾਜ਼ਾ ਬੰਦ ਕਰਨ ਤੋਂ ਰੋਕ ਦਿੱਤਾ ਤੇ ਉਹ ਉਸ ਉੱਤੇ ਚਿਲਾਉਂਦਾ ਹੋਇਆ ਬੋਲਿਆ ਕਿ ਤੂੰ ਇਹ ਫੁੱਲ ਮੈਨੂੰ ਦੇ ਦੇ, ਮੈਂ ਇਸ ਫੁੱਲ ਦੇ ਲਈ ਬਹੁਤ ਲੰਬਾ ਸਫ਼ਰ ਤੈਅ ਕਰਕੇ ਆਇਆ ਹਾਂ। ਤਾਂ ਲੜਕੀ ਬੋਲੀ, ਨਹੀਂ, ਮੈਂ ਇਸ ਫੁੱਲ ਨੂੰ ਪਾਉਣ ਦੀ ਖਾਤਰ 4 ਸਾਲ ਤੋਂ ਇਸ ਵੀਆਵਾਨ ਇਲਾਕੇ ਦੇ ਵਿੱਚ ਰਹਿ ਰਹੀ ਹਾਂ। ਮੈਂ ਫੁੱਲ ਕਿਸੇ ਨੂੰ ਨਹੀਂ ਦੇਵਾਂਗੀ। ਉਸ ਲੜਕੀ ਦੀ ਆਵਾਜ਼ ਬਹੁਤ ਮਨਮੋਹਕ ਸੀ। ਲੜਕੀ ਬਹੁਤ ਹੀ ਸੁੰਦਰ ਸੀ। ਜਿਵੇਂ ਹੀ ਨਵੀ ਨੇ ਉਸ ਨੂੰ ਦੇਖਿਆ ਤਾਂ ਦੇਖਦਾ ਹੀ ਰਹਿ ਗਿਆ। ਉਹ ਪਰੀਆਂ ਵਰਗੀ ਲੜਕੀ ਸੀ ਤੇ ਉਹ ਗੁਫਾ ਦੇ ਦਰਵਾਜ਼ੇ ਨੂੰ ਧੱਕਾ ਦੇ ਕੇ ਅੰਦਰ ਚਲਾ ਗਿਆ ਤੇ ਉਸ ਲੜਕੀ ਨੂੰ ਪੁੱਛਣ ਲੱਗਾ ਕਿ ਤੂੰ 4 ਸਾਲ ਤੋਂ ਇਸ ਫੁੱਲ ਦੀ ਉਡੀਕ ਕਿਉਂ ਕਰ ਰਹੀ ਸੀ, ਇਸ ਗੁਫਾ ਦੇ ਵਿੱਚ ਇਕੱਲੀ ਕਿਉਂ ਰਹਿ ਰਹੀ ਸੀ। ਤਾਂ ਲੜਕੀ ਨੇ ਕਿਹਾ ਕਿ ਗੁਫਾ ਦੇ ਵਿੱਚ ਮੈਂ ਇਕੱਲੀ ਨਹੀਂ ਹਾਂ, ਮੇਰੇ ਪਿਤਾ ਵੀ ਹਨ ਜੋ ਕਈ ਸਾਲਾਂ ਤੋਂ ਲਕਵੇ ਦੇ ਸ਼ਿਕਾਰ ਹਨ। ਇਹ ਫੁੱਲ ਦੇ ਪ੍ਰਭਾਵ ਦੇ ਨਾਲ ਉਹਨਾਂ ਦਾ ਜਾਮ ਹੋਇਆ ਸਰੀਰ ਫਿਰ ਤੋਂ ਤੰਦਰੁਸਤ ਹੋ ਸਕਦਾ ਹੈ। ਜੇਕਰ ਤੈਨੂੰ ਇਹ ਫੁੱਲ ਚਾਹੀਦਾ ਹੈ ਤਾਂ ਮੈਂ ਤੈਨੂੰ ਦੇ ਸਕਦੀ ਹਾਂ, ਪਰ ਪਹਿਲਾਂ ਆਪਣੇ ਪਿਤਾ ਨੂੰ ਠੀਕ ਕਰਨਾ ਹੈ, ਬਾਅਦ ਦੇ ਵਿੱਚ ਮੈਂ ਤੈਨੂੰ ਇਹ ਫੁੱਲ ਦੇਵਾਂਗੀ। ਨਵੀ ਨੇ ਕਿਹਾ, ਠੀਕ ਹੈ, ਮੈਂ ਤੇਰੇ ਪਿਤਾ ਨੂੰ ਮਿਲਣਾ ਚਾਹੁੰਦਾ ਹਾਂ। ਤਾਂ ਲੜਕੀ ਨਵੀ ਨੂੰ ਆਪਣੇ ਪਿਤਾ ਦੇ ਕੋਲ ਲੈ ਜਾਂਦੀ ਹੈ। ਤਾਂ ਨਵੀ ਦੇਖਦਾ ਹੈ ਕਿ ਇੱਕ ਪੱਥਰ ਉੱਤੇ ਇੱਕ ਬੁੱਢਾ ਨਿਡਾਲ ਪਿਆ ਹੈ ਤੇ ਉਸ ਗੁਫਾ ਦੇ ਵਿੱਚ 2 ਚਮਤਕਾਰੀ ਹੀਰੇ ਰੱਖੇ ਹੋਏ ਹਨ, ਜਿਸ ਦੇ ਨਾਲ ਗੁਫਾ ਦੇ ਵਿੱਚ ਚਾਰੇ ਪਾਸੇ ਰੌਸ਼ਨੀ ਫੈਲੀ ਹੋਈ ਹੈ। ਉਸ ਲੜਕੀ ਨੇ ਆਪਣੇ ਪਿਤਾ ਨੂੰ ਨਵੀ ਦੇ ਬਾਰੇ ਦੱਸਿਆ ਕਿ ਮੇਰੇ ਤੋਂ ਇਹ ਫੁੱਲ ਮੰਗ ਰਿਹਾ ਹੈ। ਤਾਂ ਲੜਕੀ ਦੇ ਪਿਤਾ ਨੇ ਨਵੀ ਨੂੰ ਪੁੱਛਿਆ ਕਿ ਬੇਟਾ, ਤੂੰ ਇਸ ਫੁੱਲ ਦਾ ਕੀ ਕਰੇਂਗਾ। ਤਾਂ ਨਵੀ ਕਹਿੰਦਾ ਹੈ ਕਿ ਮੈਂ ਇੱਕ ਵੈਦ ਹਾਂ, ਮੈਂ ਇਸ ਫੁੱਲ ਦੇ ਨਾਲ ਦੀਨ ਦੁਖੀਆਂ ਦਾ ਮੁਫਤ ਦੇ ਵਿੱਚ ਇਲਾਜ ਕਰਨਾ ਚਾਹੁੰਦਾ ਹਾਂ, ਜਿਸ ਦੇ ਨਾਲ ਉਹ ਤੰਦਰੁਸਤ ਜ਼ਿੰਦਗੀ ਜੀ ਸਕਣਗੇ। ਤਾਂ ਲੜਕੀ ਦੇ ਪਿਤਾ ਨੇ ਨਵੀ ਨੂੰ ਕਿਹਾ ਕਿ ਫਿਰ ਤਾਂ ਤੂੰ ਹੀ ਇਸ ਫੁੱਲ ਦਾ ਸਹੀ ਹੱਕਦਾਰ ਹੈ। ਮੇਰੀ ਬੇਟੀ 14 ਸਾਲਾਂ ਦੀ ਸੀ ਜਦੋਂ ਮੈਂ ਇਸ ਗੁਫਾ ਦੇ ਵਿੱਚ ਆਇਆ ਸੀ। ਉਦੋਂ ਹੀ ਮੇਰੇ ਸਰੀਰ ਨੂੰ ਲਕਵਾ ਮਾਰ ਗਿਆ। ਉਦੋਂ ਤੋਂ ਮੈਂ ਤੇ ਮੇਰੀ ਬੇਟੀ ਇਸ ਗੁਫਾ ਦੇ ਵਿੱਚ ਰਹਿ ਰਹੇ ਹਾਂ ਤੇ ਇਸ ਫੁੱਲ ਦੇ ਖਿੜਨ ਦੀ ਉਡੀਕ ਕਰ ਰਹੇ ਸੀ। ਤੂੰ ਲੋਕਾਂ ਨੂੰ ਤੰਦਰੁਸਤ ਕਰਨ ਦੇ ਲਈ ਇਸ ਫੁੱਲ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਤਾਂ ਤੂੰ ਮੈਨੂੰ ਹੀ ਤੰਦਰੁਸਤ ਕਰ, ਫਿਰ ਇਹ ਫੁੱਲ ਵੀ ਲੈ ਜਾਵੀਂ। ਤਾਂ ਨਵੀ ਨੇ ਕਿਹਾ, ਹਾਂ, ਮੈਂ ਇਸੇ ਤਰ੍ਹਾਂ ਹੀ ਕਰਾਂਗਾ। ਪਹਿਲਾਂ ਮੈਂ ਤੁਹਾਡਾ ਇਲਾਜ ਕਰਾਂਗਾ, ਫਿਰ ਤੁਹਾਡੇ ਤੋਂ ਇਹ ਫੁੱਲ ਲਵਾਂਗਾ। ਪਰ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਲੋਕ ਕੌਣ ਹੋ ਤੇ ਇਸ ਵੀਆਵਾਨ ਇਲਾਕੇ ਵਿੱਚ ਕੀ ਕਰ ਰਹੇ ਹੋ। ਲੜਕੀ ਦੇ ਪਿਤਾ ਨੇ ਕਿਹਾ ਕਿ ਮੇਰਾ ਨਾਮ ਰਾਮ ਸਿੰਘ ਹੈ ਤੇ ਮੇਰੀ ਬੇਟੀ ਮੀਨਾ ਹੈ। ਮੈਂ ਵਿਜੇਗੜ੍ਹ ਨਾਮ ਦੇ ਰਾਜ ਦਾ ਰਾਜਾ ਹਾਂ। ਇੱਕ ਰਾਤ ਮੇਰੇ ਮਹਾਮੰਤਰੀ ਮੱਕੜ ਸਿੰਘ ਨੇ ਮੇਰੇ ਨਾਲ ਵਿਸ਼ਵਾਸਘਾਤ ਕਰਕੇ ਸੈਨਾਪਤੀ ਤੇ ਹੋਰ ਲੋਕਾਂ ਨੂੰ ਧਨ ਦਾ ਲਾਲਚ ਦੇ ਕੇ ਮੇਰੇ ਰਾਜ ਉੱਤੇ ਕਬਜ਼ਾ ਕਰ ਲਿਆ। ਉਹ ਤਾਂ ਮੈਨੂੰ ਤੇ ਮੇਰੀ ਬੇਟੀ ਨੂੰ ਵੀ ਮਾਰ ਹੀ ਦਿੰਦਾ, ਪਰ ਮੇਰੇ ਕੁਝ ਭਰੋਸੇ ਦੇ ਲੋਕਾਂ ਨੇ ਮੇਰੀ ਮਦਦ ਕੀਤੀ, ਜਿਸ ਦੇ ਕਾਰਨ ਮੈਂ ਉੱਥੋਂ ਭੱਜ ਕੇ ਇੱਥੇ ਪਹਾੜੀਆਂ ਵਿੱਚ ਆ ਵਸਿਆ। ਮੈਂ ਸਾਰੇ ਵੇਦ ਸ਼ਾਸਤਰ ਪੜ੍ਹੇ ਹਨ ਤੇ ਹਰ ਤਰ੍ਹਾਂ ਦੇ ਹਥਿਆਰ ਚਲਾਉਣੇ ਜਾਣਦਾ ਹਾਂ। ਲਕਵੇ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਬੇਟੀ ਨੂੰ ਹਰ ਤਰੀਕੇ ਦੇ ਨਾਲ ਟ੍ਰੇਨ ਕੀਤਾ ਹੈ, ਜਿਸ ਦੇ ਸਹਾਰੇ ਅਸੀਂ ਇੱਕ ਦਿਨ ਆਪਣਾ ਵਿਜੇਗੜ੍ਹ ਰਾਜ ਵਾਪਸ ਹਾਸਲ ਕਰਾਂਗੇ। ਪਰ ਇਹ ਕੰਮ ਅਸੀਂ ਦੋਵੇਂ ਨਹੀਂ ਕਰ ਸਕਦੇ। ਇਸ ਦੇ ਲਈ ਮੈਨੂੰ ਇੱਕ ਯੋਗ ਨੌਜਵਾਨ ਦੀ ਜ਼ਰੂਰਤ ਸੀ ਜੋ ਮੇਰੀ ਬੇਟੀ ਦੇ ਨਾਲ ਵਿਆਹ ਕਰਕੇ ਉਸ ਦਾ ਖਿਆਲ ਰੱਖ ਸਕੇ, ਕਿਉਂਕਿ ਮੈਂ ਕਾਫੀ ਬੁੱਢਾ ਹੋ ਚੁੱਕਿਆ ਹਾਂ ਤੇ ਮੇਰਾ ਸਰੀਰ ਵੀ ਲਾਚਾਰ ਹੋ ਚੁੱਕਿਆ ਹੈ ਤੇ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਤੈਨੂੰ ਇਸੇ ਲਈ ਹੀ ਸਾਡੇ ਕੋਲ ਭੇਜਿਆ ਹੈ ਕਿ ਤੂੰ ਮੇਰੀ ਬੇਟੀ ਦੇ ਨਾਲ ਵਿਆਹ ਕਰੇਂਗਾ, ਸਾਨੂੰ ਸਾਡਾ ਰਾਜ ਵਾਪਸ ਦਿਲਾਵੇਂਗਾ। ਮੈਂ ਕੁਝ ਸਮੇਂ ਦੇ ਵਿੱਚ ਹੀ ਤੈਨੂੰ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਵਿੱਚ ਨਿਪੁੰਨ ਕਰ ਦੇਵਾਂਗਾ। ਨਵੀ ਨੇ ਰਾਜਾ ਰਾਮ ਸਿੰਘ ਦੀ ਗੱਲ ਮੰਨ ਲਈ ਤੇ ਮੀਨਾ ਦੇ ਨਾਲ ਵਿਆਹ ਕਰਕੇ ਉਹਨਾਂ ਦੇ ਨਾਲ ਉਸੇ ਹੀ ਗੁਫਾ ਦੇ ਵਿੱਚ ਰਹਿਣ ਲੱਗਾ। 2 ਮਹੀਨਿਆਂ ਦੇ ਵਿੱਚ ਰਾਮ ਸਿੰਘ ਦਾ ਸਰੀਰ ਉਸੇ ਚਮਤਕਾਰੀ ਫੁੱਲ ਦੇ ਪ੍ਰਭਾਵ ਦੇ ਨਾਲ ਬਿਲਕੁਲ ਸਹੀ ਹੋ ਗਿਆ ਤੇ ਫਿਰ ਉਸਨੇ ਬਹੁਤ ਥੋੜੇ ਸਮੇਂ ਵਿੱਚ ਹੀ ਨਵੀ ਨੂੰ ਹਰੇਕ ਤਰ੍ਹਾਂ ਦਾ ਹਥਿਆਰ ਚਲਾਉਣ ਵਿੱਚ ਨਿਪੁੰਨ ਕਰ ਦਿੱਤਾ। ਤੇ ਫਿਰ ਮੀਨਾ ਨੇ ਇੱਕ ਦਿਨ ਨਵੀ ਨੂੰ ਕਿਹਾ ਕਿ ਹੁਣ ਸਾਨੂੰ ਸਾਡੇ ਰਾਜ ਵਿਜੇਗੜ੍ਹ ਵਾਪਸ ਚੱਲਣਾ ਚਾਹੀਦਾ ਹੈ। ਮੈਂ ਆਪਣੇ ਪਿਤਾ ਦਾ ਖੋਇਆ ਹੋਇਆ ਰਾਜ ਫਿਰ ਤੋਂ ਹਾਸਲ ਕਰਨਾ ਚਾਹੁੰਦੀ ਹਾਂ ਤੇ ਤੈਨੂੰ ਵਿਜੇਗੜ੍ਹ ਦਾ ਰਾਜਾ ਬਣਾਉਣਾ ਚਾਹੁੰਦੀ ਹਾਂ। ਨਵੀ ਆਪਣੀ ਪਤਨੀ ਤੇ ਰਾਜਾ ਰਾਮ ਸਿੰਘ ਦੇ ਨਾਲ ਪਹਾੜੀਆਂ ਵਿੱਚੋਂ ਨਿਕਲ ਪੈਂਦਾ ਹੈ ਤੇ ਵਿਜੇਗੜ੍ਹ ਪਹੁੰਚ ਕੇ ਰਾਮ ਸਿੰਘ ਆਪਣੇ ਬਹੁਤ ਹੀ ਵਿਸ਼ਵਾਸ ਪਾਤਰ ਤੇ ਪੁਰਾਣੇ ਸਾਥੀ ਕੌਰੇ ਨੂੰ ਮਿਲਦਾ ਹੈ। ਕੌਰਾ ਰਾਮ ਸਿੰਘ ਨੂੰ ਅਚਾਨਕ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਹੁਣੇ ਹੀ ਕੁਝ ਦਿਨ ਪਹਿਲਾਂ ਰਾਜਾ ਮੱਕੜ ਸਿੰਘ ਨੂੰ ਕੋੜ੍ਹ ਦੀ ਬਿਮਾਰੀ ਹੋ ਗਈ ਹੈ। ਉਸ ਦਾ ਬਹੁਤ ਬੁਰਾ ਹਾਲ ਹੈ। ਮੱਕੜ ਸਿੰਘ ਨੇ ਇਹ ਐਲਾਨ ਕਰਾਇਆ ਹੈ ਕਿ ਜੋ ਵੀ ਉਸ ਦੀ ਕੋੜ੍ਹ ਦੀ ਬਿਮਾਰੀ ਠੀਕ ਕਰੇਗਾ ਤੇ ਉਹ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵੇਗਾ। ਮੱਕੜ ਸਿੰਘ ਦੀ ਕੋਈ ਵੀ ਸੰਤਾਨ ਨਹੀਂ ਹੈ ਤੇ ਉਸ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ। ਰਾਜੇ ਨੂੰ ਕੋੜ੍ਹ ਹੋਣ ਦੇ ਕਾਰਨ ਪੂਰੇ ਰਾਜ ਦਾ ਬੁਰਾ ਹਾਲ ਹੋ ਗਿਆ ਹੈ। ਚੋਰਾਂ ਡਾਕੂਆਂ ਨੇ ਰਾਜ ਵਿੱਚ ਹੜਕੰਪ ਮਚਾ ਰੱਖਿਆ ਹੈ ਤੇ ਜੇਕਰ ਕੋਈ ਯੋਗ ਵਿਅਕਤੀ ਰਾਜ ਨੂੰ ਨਹੀਂ ਸੰਭਾਲਦਾ ਤਾਂ ਭਵਿੱਖ ਵਿੱਚ ਬਹੁਤ ਖੂਨ ਖਰਾਬਾ ਹੋ ਸਕਦਾ ਹੈ। ਰਾਜਾ ਰਾਮ ਸਿੰਘ ਤੋਂ ਆਗਿਆ ਲੈ ਕੇ ਨਵੀ ਮੱਕੜ ਸਿੰਘ ਨੂੰ ਮਿਲਣ ਦੇ ਲਈ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਇੱਕ ਵੈਦ ਹਾਂ ਤੇ ਤੈਨੂੰ ਪੂਰੀ ਤਰ੍ਹਾਂ ਤੰਦਰੁਸਤ ਕਰ ਸਕਦਾ ਹਾਂ। ਪਰ ਕੀ ਇਹ ਸੱਚ ਹੈ ਕਿ ਤੂੰ ਇਹ ਐਲਾਨ ਕਰਾਇਆ ਹੈ ਕਿ ਜੋ ਵੀ ਤੈਨੂੰ ਤੰਦਰੁਸਤ ਕਰੇਗਾ ਤੂੰ ਉਸ ਨੂੰ ਮੂੰਹੋਂ ਮੰਗਿਆ ਇਨਾਮ ਦੇਵੇਂਗਾ? ਤਾਂ ਮੱਕੜ ਸਿੰਘ ਕਹਿੰਦਾ ਹੈ ਕਿ ਇਹ ਬਿਲਕੁਲ ਸੱਚ ਹੈ।
ਤਾਂ ਠੀਕ ਹੈ, ਮੈਂ ਤੈਨੂੰ ਤੰਦਰੁਸਤ ਕਰ ਦਿੰਦਾ ਹਾਂ। ਬਦਲੇ ਵਿੱਚ ਮੈਨੂੰ ਤੇਰਾ ਰਾਜ ਚਾਹੀਦਾ ਹੈ। ਤੂੰ ਆਪਣੇ ਮੰਤਰੀਆਂ ਤੇ ਕਰਮਚਾਰੀਆਂ ਨੂੰ ਬੁਲਾ ਕੇ ਇਹ ਵਚਨ ਦੇ ਕਿ ਤੂੰ ਤੰਦਰੁਸਤ ਹੁੰਦੇ ਹੀ ਸੰਨਿਆਸ ਗ੍ਰਹਿਣ ਕਰਕੇ ਇਸ ਵਿਜੇਗੜ੍ਹ ਰਾਜ ਨੂੰ ਛੱਡ ਕੇ ਹਮੇਸ਼ਾ ਦੇ ਲਈ ਇੱਥੋਂ ਚਲਾ ਜਾਵੇਂਗਾ। ਮੱਕੜ ਸਿੰਘ ਨੂੰ ਨਵੀ ਦੀ ਗੱਲ ਸੁਣ ਕੇ ਗੁੱਸਾ ਆਉਂਦਾ ਹੈ ਤੇ ਉਹ ਕੁਝ ਕਹਿਣ ਹੀ ਲੱਗਦਾ ਹੈ ਤਾਂ ਨਵੀ ਬੋਲ ਪੈਂਦਾ ਹੈ ਕਿ ਜੇ ਮੈਂ ਚਾਹਾਂ ਤਾਂ ਤੈਨੂੰ ਹੁਣੇ ਹੀ ਮਾਰ ਸਕਦਾ ਹਾਂ। ਵਿਜੇਗੜ੍ਹ ਦਾ ਪੁਰਾਣਾ ਰਾਜਾ ਰਾਮ ਸਿੰਘ ਮੇਰੇ ਨਾਲ ਹੀ ਹੈ, ਉਹ ਮੇਰਾ ਸਹੁਰਾ ਹੈ ਤੇ ਉਸ ਦੀ ਬੇਟੀ ਮੇਰੀ ਪਤਨੀ ਹੈ। ਪਰ ਮੈਂ ਇਹ ਰਾਜ ਬਿਨਾਂ ਕੋਈ ਖੂਨ ਦੀ ਬੂੰਦ ਬਹਾਏ ਪ੍ਰਾਪਤ ਕਰਨਾ ਚਾਹੁੰਦਾ ਹਾਂ ਤੇ ਤੈਨੂੰ ਵੀ ਤੇਰੇ ਪਾਪਾਂ ਦਾ ਪ੍ਰਾਸ਼ਚਿਤ ਕਰਨ ਦਾ ਮੌਕਾ ਦੇਣਾ ਚਾਹੁੰਦਾ ਹਾਂ। ਹੁਣ ਤੂੰ ਸੋਚ ਲੈ ਕਿ ਤੂੰ ਸਵਸਥ ਹੋ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਜਾਂ ਫਿਰ ਹੁਣੇ ਹੀ ਮੇਰੇ ਹੱਥੋਂ ਮਰਨਾ ਚਾਹੁੰਦਾ ਹੈ। ਪਰ ਇੱਕ ਗੱਲ ਮੈਂ ਤੈਨੂੰ ਦੱਸ ਦੇਵਾਂ, ਜੇਕਰ ਤੂੰ ਮੈਨੂੰ ਆਪਣੇ ਸਿਪਾਹੀਆਂ ਨੂੰ ਫੜਾ ਵੀ ਦੇਵੇਂਗਾ ਪਰ ਤੇਰੀ ਜ਼ਿੰਦਗੀ ਕੋਹੜ ਦੇ ਕਾਰਨ ਬਹੁਤ ਘਟੀਆ ਤੇ ਦਰਦਨਾਕ ਹੋ ਜਾਵੇਗੀ। ਫੈਸਲਾ ਤੇਰੇ ਹੱਥ ਵਿੱਚ ਹੈ। ਮੱਕੜ ਸਿੰਘ ਡਰ ਵੀ ਗਿਆ ਸੀ ਤੇ ਸਮਝ ਵੀ ਗਿਆ ਸੀ ਤੇ ਉਸਨੇ ਨਵੀ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਤੇ ਆਪਣੇ ਮੰਤਰੀਆਂ ਤੇ ਕਰਮਚਾਰੀਆਂ ਨੂੰ ਬੁਲਾ ਕੇ ਨਵੀ ਨੂੰ ਵਿਜੇਗੜ੍ਹ ਦਾ ਰਾਜਾ ਘੋਸ਼ਿਤ ਕਰ ਦਿੱਤਾ ਤੇ ਨਵੀ ਨੇ ਚਮਤਕਾਰੀ ਫੁੱਲ ਦੇ ਨਾਲ ਮੱਕੜ ਸਿੰਘ ਦਾ ਕੋਹੜ ਠੀਕ ਕਰ ਦਿੱਤਾ। ਤੰਦਰੁਸਤ ਹੋਣ ਤੋਂ ਬਾਅਦ ਮੱਕੜ ਸਿੰਘ ਵਿਜੇਗੜ੍ਹ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲਾ ਗਿਆ। ਵਿਜੇਗੜ੍ਹ ਦਾ ਰਾਜਾ ਬਣਨ ਤੋਂ ਬਾਅਦ ਨਵੀ ਨੇ ਆਪਣੇ ਧਰਮ ਪਿਤਾ ਗੰਗਾ ਰਾਮ ਤੇ ਮਾਤਾ ਸ਼ੀਲਾ ਨੂੰ ਵੀ ਆਪਣੇ ਰਾਜ ਵਿੱਚ ਬੁਲਾ ਲਿਆ। ਪੰਡਤ ਗੰਗਾ ਰਾਮ ਤੇ ਸ਼ੀਲਾ ਰਾਜੇ ਦੇ ਰੂਪ ਵਿੱਚ ਨਵੀ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਗੰਗਾ ਰਾਮ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਅਸਲੀ ਪਿਤਾ ਸੇਠ ਧਨੀ ਰਾਮ ਨੂੰ ਵੀ ਆਪਣੇ ਕੋਲ ਬੁਲਾ ਲੈ। ਉਹ ਹੁਣ ਕਾਫੀ ਬੁੜੇ ਹੋ ਗਏ ਹੋਣਗੇ ਤੇ ਤੇਰੇ ਕੋਲ ਰਹਿ ਕੇ ਉਹਨਾਂ ਦਾ ਬੁਢਾਪਾ ਚੰਗਾ ਗੁਜ਼ਰ ਜਾਵੇਗਾ। ਬਿਲਕੁਲ ਨਹੀਂ, ਨਵੀ ਨੇ ਗੁੱਸੇ ਵਿੱਚ ਆ ਕੇ ਕਿਹਾ। ਉਹਨਾਂ ਨੇ ਮੇਰੇ ਉੱਤੇ 1000 ਸੋਨੇ ਦੀਆਂ ਮੋਹਰਾਂ ਦਾ ਇਲਜ਼ਾਮ ਲਗਾ ਕੇ ਕੁੱਟ ਕੇ ਮੈਨੂੰ ਘਰੋਂ ਕੱਢ ਦਿੱਤਾ ਸੀ। ਤਾਂ ਪੰਡਤ ਨੇ ਕਿਹਾ ਉਸ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਉਹਨਾਂ ਦੀ ਕੋਈ ਗਲਤੀ ਨਹੀਂ ਸੀ, ਤੇਰੀ ਕਿਸਮਤ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਸੀ। ਤੇ ਜ਼ਰਾ ਸੋਚ, ਜੇਕਰ ਉਹਨਾਂ ਨੇ ਤੈਨੂੰ ਘਰੋਂ ਨਾ ਕੱਢਿਆ ਹੁੰਦਾ ਤਾਂ ਤੂੰ ਅੱਜ ਇਸ ਵਿਜੇਗੜ੍ਹ ਰਾਜ ਦਾ ਰਾਜਾ ਬਣਿਆ ਹੁੰਦਾ। ਉਹ ਅਕਾਲ ਪੁਰਖ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ, ਸਭ ਆਪਣੇ ਬੱਚਿਆਂ ਦੇ ਭਲੇ ਲਈ ਹੀ ਕਰਦਾ ਹੈ। ਤੂੰ ਤਾਂ ਆਪਣੇ ਪਿਤਾ ਦਾ ਅਹਿਸਾਨ ਮੰਨ ਕਿ ਉਹਨਾਂ ਨੇ ਤੈਨੂੰ ਘਰੋਂ ਕੱਢਿਆ, ਜਿਸ ਦੇ ਕਾਰਨ ਅੱਜ ਤੂੰ ਐਡੇ ਵੱਡੇ ਰਾਜ ਦਾ ਰਾਜਾ ਬਣ ਗਿਆ। ਨਵੀ ਨੂੰ ਸਾਰੀ ਗੱਲ ਸਮਝ ਆ ਗਈ। ਤਾਂ ਫਿਰ ਨਵੀ ਨੇ ਆਪਣੇ ਨਾਲ ਕੁਝ ਸੈਨਿਕ ਲਏ ਤੇ ਆਪਣੇ ਪਿੰਡ ਮੋਗੇ ਆਪਣੇ ਘਰ ਪਹੁੰਚਿਆ। ਪਰ ਆਪਣੇ ਘਰ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ। ਉਹ ਘਰ ਬਿਲਕੁਲ ਖੰਡਰ ਦਿਖਾਈ ਦੇ ਰਿਹਾ ਸੀ ਤੇ ਉਸ ਦੀ ਦਸ਼ਾ ਦੱਸ ਰਹੀ ਸੀ ਕਿ ਕਦੇ ਉਹ ਪੂਰੀ ਤਰ੍ਹਾਂ ਜਲ ਗਿਆ ਹੋਵੇਗਾ। ਉਸਨੇ ਇੱਕ ਗਵਾਂਢੀ ਤੋਂ ਪੁੱਛਿਆ ਕਿ ਇਸ ਘਰ ਵਿੱਚ ਰਹਿਣ ਵਾਲੇ ਲੋਕ ਕਿੱਥੇ ਗਏ। ਤਾਂ ਗਵਾਂਢੀ ਨੇ ਕਿਹਾ ਕਿ ਸੇਠ ਧਨੀ ਰਾਮ ਦੀ ਗੱਲ ਕਰ ਰਹੇ ਹੋ, ਉਸ ਦੇ ਬਾਰੇ ਪੁੱਛ ਰਹੇ ਹੋ। ਨਵੀ ਨੇ ਕਿਹਾ ਹਾਂ। ਤਾਂ ਗਵਾਂਢੀ ਨੇ ਕਿਹਾ ਕਿ ਕਈ ਸਾਲ ਪਹਿਲਾਂ ਉਸ ਦੇ ਬੇਟੇ ਰਵੀ ਨੇ ਉਸ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਤੇ ਅਗਲੇ ਹੀ ਦਿਨ ਭਿਆਨਕ ਮੁਸਲਾਧਾਰ ਬਾਰਿਸ਼ ਹੋਈ ਤੇ ਇਸ ਘਰ ਉੱਤੇ ਬਿਜਲੀ ਡਿੱਗ ਪਈ ਤੇ ਸਾਰੇ ਘਰ ਨੂੰ ਅੱਗ ਲੱਗ ਗਈ ਤੇ ਰਵੀ ਵੀ ਉਸੇ ਅੱਗ ਵਿੱਚ ਸੜ ਕੇ ਮਰ ਗਿਆ। ਸੇਠ ਧਨੀ ਰਾਮ ਦਾ ਕੀ ਬਣਿਆ? ਨਵੀ ਨੇ ਪੁੱਛਿਆ। ਤਾਂ ਗਵਾਂਢੀ ਨੇ ਦੱਸਿਆ ਕਿ ਉਹ ਇੱਥੇ ਨਾਲ ਦੇ ਮੰਦਿਰ ਦੇ ਕੋਲ ਬੈਠ ਕੇ ਭੀਖ ਮੰਗਦੇ ਹਨ। ਤਾਂ ਨਵੀ ਮੰਦਿਰ ਦੇ ਕੋਲ ਪਹੁੰਚਿਆ ਤਾਂ ਆਪਣੇ ਪਿਤਾ ਦੀ ਹਾਲਤ ਦੇਖ ਕੇ ਉਹ ਦੰਗ ਰਹਿ ਗਿਆ। ਉਸ ਦੇ ਪਿਤਾ ਦੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਤੇ ਉਹਨਾਂ ਦੀ ਦਸ਼ਾ ਦੱਸਦੀ ਸੀ ਕਿ ਉਹ ਕਾਫੀ ਸਮੇਂ ਤੋਂ ਨਹਾਤੇ ਵੀ ਨਹੀਂ ਹਨ। ਉਸ ਉੱਤੇ ਮੱਖੀਆਂ ਮੰਡਰਾ ਰਹੀਆਂ ਸਨ ਤੇ ਨਵੀ ਘੋੜੇ ਤੋਂ ਥੱਲੇ ਉਤਰਿਆ ਤੇ ਆਪਣੇ ਪਿਤਾ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਉਸਦੇ ਪਿਤਾ ਨੇ ਕਿਹਾ ਕੌਣ? ਤਾਂ ਨਵੀ ਨੇ ਕਿਹਾ ਪਿਤਾ ਜੀ ਮੈਂ ਹਾਂ, ਤੁਹਾਡਾ ਬੇਟਾ ਨਵੀ। ਤੁਸੀਂ ਕਿਹਾ ਸੀ ਨਾ ਕਿ ਉਦੋਂ ਹੀ ਆਪਣਾ ਮੂੰਹ ਮੈਨੂੰ ਦਿਖਾਈ ਜਦੋਂ ਤੇਰੇ ਕੋਲ 1000 ਸੋਨੇ ਦੀਆਂ ਮੋਹਰਾਂ ਹੋਣ। ਤਾਂ ਮੈਂ ਅੱਜ ਸੋਨੇ ਦੀਆਂ ਮੋਹਰਾਂ ਲੈ ਕੇ ਆਇਆ ਹਾਂ। ਧਨੀ ਰਾਮ ਨੇ ਨਵੀ ਨੂੰ ਅੱਖਾਂ ਭਰ ਕੇ ਦੇਖਿਆ ਤੇ ਕਿਹਾ ਕਿ ਤੂੰ ਆ ਗਿਆ, ਚੰਗਾ ਕੀਤਾ, ਪਰ ਮੈਨੂੰ ਪਤਾ ਹੈ ਕਿ ਮੈਂ ਤੈਨੂੰ ਗਲਤ ਇਲਜ਼ਾਮ ਲਾ ਕੇ ਕੁੱਟਿਆ ਸੀ, ਚੋਰੀ ਰਵੀ ਨੇ ਕੀਤੀ ਸੀ। ਨਵੀ ਨੇ ਕਿਹਾ ਪਿਤਾ ਜੀ ਹੁਣ ਮੈਂ ਆ ਗਿਆ ਹਾਂ, ਹੁਣ ਸਭ ਕੁਝ ਸਹੀ ਹੋ ਜਾਵੇਗਾ, ਆਪਾਂ ਸਾਰੇ ਘਰ ਵਿੱਚ ਸਹੀ ਸਲਾਮਤ ਖੁਸ਼ੀ-ਖੁਸ਼ੀ ਰਵਾਂਗੇ। ਤਾਂ ਨਵੀ ਆਪਣੇ ਪਿਤਾ ਨੂੰ ਚੁੱਕਣ ਲੱਗਾ ਤਾਂ ਉਸਦੇ ਪਿਤਾ ਨੇ ਕਿਹਾ ਕਿ ਬੇਟਾ ਮੈਨੂੰ ਚੁੱਕ ਕੇ ਆਪਣੇ ਹੱਥ ਗੰਦੇ ਨਾ ਕਰ, ਮੈਨੂੰ ਆਪਣੇ ਹੱਥ ਨਾ ਲਗਾ, ਤੇ ਵੈਸੇ ਵੀ ਮੈਂ ਜਾ ਰਿਹਾ ਹਾਂ, ਬਸ ਤੈਨੂੰ ਦੇਖਣ ਦੀ ਚਾਹਨਾ ਵਿੱਚ ਇੱਕ ਸਾਹ ਅਟਕਿਆ ਹੋਇਆ ਸੀ। ਇਹ ਕਹਿੰਦੇ ਕਹਿੰਦੇ ਧਨੀ ਰਾਮ ਨੇ ਆਪਣੇ ਬੇਟੇ ਦੀਆਂ ਬਾਹਾਂ ਵਿੱਚ ਦਮ ਤੋੜ ਦਿੱਤਾ। ਨਵੀ ਨੇ ਆਪਣੇ ਪਿਤਾ ਦੀ ਲਾਸ਼ ਨੂੰ ਵਿਜੇਗੜ੍ਹ ਲੈ ਆਂਦਾ ਤੇ ਉੱਥੇ ਉਹਨਾਂ ਦਾ ਰੀਤੀ ਰਿਵਾਜਾਂ ਦੇ ਨਾਲ ਦਾਹ ਸੰਸਕਾਰ ਕੀਤਾ ਤੇ ਫਿਰ ਨਵੀ ਵਿਜੇਗੜ੍ਹ ਦਾ ਰਾਜਾ ਬਣ ਕੇ ਆਪਣੇ ਪਿਤਾ ਗੰਗਾ ਰਾਮ, ਮਾਤਾ ਸ਼ੀਲਾ, ਪਤਨੀ ਮੀਨਾ ਤੇ ਸਹੁਰੇ ਰਾਮ ਸਿੰਘ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗਾ। ਦੋਸਤੋ ਯਾਦ ਰੱਖੋ, ਬੁਰੇ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ ਤੇ ਚੰਗੇ ਲੋਕਾਂ ਦੀ ਹਮੇਸ਼ਾ परमात्मा मदद करता है, कदे भी उन्हां दा साथ नहीं छड्डदा। सो दोस्तों, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, इत्थे ही ये कहानी खत्म होंदी है। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।